ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਪਾਠ ਕਰਾਂਗੇ ਪਾਠ 10ਵਾਂ, ਜਿਹੜੀ ਕਿ ਇੱਕ ਸੂਫੀ ਕਾਵੀ ਹੈ ਔਰ ਕਾਫੀ ਲਿਖੀ ਗਈ ਹੈ ਬੁੱਲੇ ਸ਼ਾਹ ਜੀ ਦੇ ਦੁਆਰਾ। ਫਿਰ ਆਪਾਂ ਇੱਕ ਵਾਰੀ ਪਹਿਲੇ ਪ੍ਰਸੰਗ ਸਹਿਤ ਵਿਆਖਿਆ ਦੇ ਨੰਬਰ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਜਿਹਦੇ ਨਾਲ ਅਸੀਂ ਪਹਿਲੇ ਕੁਝ ਜਿਹੜੀ ਕਾਫੀ ਲਿਖੀ ਹੋਈ ਹੈ ਉਹਦਾ ਮਤਲਬ ਸਮਝਦੇ ਹਾਂ। ਉਸ ਤੋਂ ਬਾਅਦ ਆਪਾਂ ਉਹਦੇ ਪ੍ਰਸ਼ਨ ਉੱਤਰ ਕਰਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਆਸਾਨ ਭਾਸ਼ਾ 'ਚ ਕਰਾਉਣ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਤੁਸੀਂ ਸਮਝ ਪਾਓ। ਸਿਰਫ ਇਸ ਵੀਡੀਓ ਨੂੰ ਦੇਖਣ ਨਾਲ ਜਾਂ ਇਸ ਆਵਾਜ਼ ਨੂੰ ਸੁਣਨ ਨਾਲ ਹੀ ਤੁਹਾਨੂੰ ਕਾਫੀ ਹੱਦ ਤੱਕ ਸਮਝ ਆ ਜਾਏਗਾ ਤੇ ਪੇਪਰ ਆਰਾਮ ਨਾਲ ਕਲੀਅਰ ਕੀਤਾ ਜਾ ਸਕਦਾ ਹੈ। ਪਹਿਲਾ ਸ਼ਲੋਕ ਲੈਂਦੇ ਹਾਂ। ਮਾਟੀ ਬਾਗ ਬਗੀਚਾ ਮਾਟੀ, ਮਾਟੀ ਦੀ ਗੁਲਜ਼ਾਰ। ਮਾਟੀ ਕੀ ਹੁੰਦਾ ਜੀ? ਮਿੱਟੀ ਹੁੰਦੀ ਹੈ। ਮਾਟੀ ਬਾਗ ਬਗੀਚਾ ਮਾਟੀ, ਕੀ ਜੋ ਬਾਗ ਬਗੀਚੇ ਅਸੀਂ ਦੇਖ ਰਹੇ ਹਾਂ ਉਹ ਸਭ ਮਿੱਟੀ ਦੇ ਬਣੇ ਹੋਏ ਹੈ। ਮਾਟੀ ਦੀ ਗੁਲਜ਼ਾਰ, ਹਰ ਤਰਫ ਮਿੱਟੀ ਦਾ ਹੀ ਪਸਾਰਾ ਹੈ। ਮਾਟੀ ਮਾਟੀ ਨੂੰ ਦੇਖਣ ਆਈ ਮਾਟੀ ਦੀ ਬਹਾਰ। ਉਹ ਕਹਿੰਦੇ ਸੰਸਾਰ ਦੇ ਵਿਚਕਾਰ ਅਸੀਂ ਵੀ ਮਿੱਟੀ ਦੇ ਬਣੇ ਹੋਏ ਹਾਂ ਔਰ ਅਸੀਂ ਸਾਰਾ ਸੰਸਾਰ ਦਾ ਜਿਹੜਾ ਮਿੱਟੀ ਦਾ ਪਸਾਰਾ ਹੈ ਉਹੀ ਦੇਖਣ ਲਈ ਆਏ ਹੋਏ ਹਾਂ। ਚਲੋ ਹੁਣ ਆਪਾਂ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਕਾਫੀ ਵਿੱਚ ਬੁੱਲੇ ਸ਼ਾਹ ਨੇ ਮਨੁੱਖ ਨੂੰ ਸਰੀਰ ਦੇ ਸੰਸਾਰ ਦੀ ਵਾਸਤਵਿਕਤਾ ਦੀ ਸੋਝੀ ਕੀ ਹੁੰਦਾ? ਸਮਝ। ਵਾਸਤਵਿਕਤਾ ਕੀ ਹੁੰਦਾ? ਅਸਲੀਅਤ ਕਰਾਉਣ ਦਾ ਯਤਨ ਕੀਤਾ ਹੈ। ਇਸ ਸ਼ਲੋਕ ਰਾਹੀਂ ਉਹ ਆਖਦੇ ਹਨ, ਮਨੁੱਖ ਜਿਨ੍ਹਾਂ ਬਾਗ ਬਗੀਚਿਆਂ ਤੇ ਵਸਤਾਂ ਉੱਪਰ ਆਪਣੇ ਕਬਜ਼ੇ ਕਾਰਨ ਫਸਿਆ ਰਹਿੰਦਾ ਹੈ। ਆਪਣੇ ਕਬਜ਼ੇ ਮਤਲਬ ਕਿ ਇਹ ਮੇਰੀ ਚੀਜ਼ ਹੈ, ਮੇਰੀ ਚੀਜ਼ ਹੈ, ਉਹ ਸਭ ਨਾਸ਼ਮਾਨ ਹੈ। ਜਿੰਨਾ ਮਰਜ਼ੀ ਕਰ ਲਓ, ਮੇਰੀ ਹੈ, ਇੱਕ ਦਿਨ ਉਹ ਸਾਰਾ ਕੁਝ ਖਤਮ ਹੋ ਜਾਣਾ ਹੈ। ਉਹਨਾਂ ਦਾ ਕਹਿਣਾ ਹੈ ਕਿ ਮਿੱਟੀ ਦਾ ਮਨੁੱਖ ਸਰੀਰ ਹੀ, ਜਿਹੜਾ ਮਿੱਟੀ ਦਾ ਬਣਿਆ ਮਨੁੱਖੀ ਸਰੀਰ ਹੈ, ਸੰਸਾਰ ਵਿੱਚ ਮਿੱਟੀ ਦੀ ਖਿੜੀ ਹੋਈ ਬਹਾਰ ਨੂੰ ਦੇਖਣ ਆਇਆ ਹੈ। ਲਿਖਿਆ ਸੀ ਨਾ, ਮਾਟੀ ਮਾਟੀ ਨੂੰ ਦੇਖਣ ਆਈ ਮਾਟੀ ਦੀ ਬਹਾਰ, ਕਿ ਉਹ ਮਿੱਟੀ ਦਾ ਬਣਿਆ ਸਰੀਰ ਮਿੱਟੀ ਦੀਆਂ ਬਣੀਆਂ ਚੀਜ਼ਾਂ ਨੂੰ ਦੇਖਣ ਲਈ ਆਇਆ ਹੈ। ਸੰਸਾਰਕ ਅਵਸਥਾ ਦੇ ਕਾਰਨ ਉਹ ਭੁੱਲ ਜਾਂਦਾ ਹੈ। ਠੀਕ ਹੈ, ਉਹ ਭੁੱਲ ਜਾਂਦਾ ਹੈ ਕਿ ਉਸਦਾ ਜੀਵਨ ਕੁਛ ਵੀ ਚਿਰਾਂ ਦਾ ਹੈ। ਮਨੁੱਖ ਕੁਝ ਸਮਾਂ ਸੰਸਾਰ ਵਿੱਚ ਹੱਸ ਖੇਡ ਕੇ ਮੁੜ ਮਿੱਟੀ ਹੋ ਜਾਂਦਾ ਹੈ। ਇਸ ਕਾਫੀ ਵਿੱਚ ਰਾਹੀਂ ਬੁੱਲੇ ਸ਼ਾਹ ਨੇ ਸੰਸਾਰਕ ਨਾਸ਼ਮਾਨਤਾ ਦੇ ਭੇਦ ਨੂੰ ਸਮਝਾਇਆ ਹੈ। ਸੰਸਾਰਕ ਨਾਸ਼ਮਾਨਤਾ ਮਤਲਬ ਕਿ ਸੰਸਾਰ ਵਿੱਚ ਹਰ ਚੀਜ਼ ਜਿਹੜੀ ਆ ਉਹ ਨਸ਼ਟ ਹੋ ਜਾਣੀ ਹੈ। ਭੇਦ ਨੂੰ ਸਮਝਾਇਆ ਮਤਲਬ ਸੀਕ੍ਰੇਟ ਦੱਸਿਆ ਹੈ। ਬੁੱਲੇ ਸ਼ਾਹ ਦਾ ਕਹਿਣਾ ਹੈ ਕਿ ਮਨੁੱਖ ਜਦ ਤੱਕ ਇਸ ਸੰਸਾਰ ਦੀ ਨਾਸ਼ਮਾਨਤਾ ਦੇ ਭੇਦ ਨੂੰ ਨਹੀਂ ਸਮਝਦਾ, ਉਦੋਂ ਤੱਕ ਉਹ ਸੰਸਾਰਿਕ ਅਵਸਥਾ ਕਰਕੇ ਹੰਕਾਰ ਵਿੱਚ ਫਸਿਆ ਰਹਿੰਦਾ ਹੈ। ਹਉਮੈ ਤੋਂ ਮੁਕਤ ਹੋ ਕੇ ਹੀ ਮਨੁੱਖ ਪ੍ਰਭੂ ਪ੍ਰੀਤਮ ਦੇ ਚਰਨਾਂ ਨਾਲ ਜੁੜ ਸਕਦਾ ਹੈ। ਹਉਮੈ ਤੋਂ ਮੁਕਤ ਹੋ ਕੇ, ਹਉਮੈ ਮਤਲਬ ਕੀ ਹੈ? ਅਹੰਕਾਰ। ਹੰਕਾਰ ਤੋਂ ਮੁਕਤ ਹੋ ਕੇ ਹੀ ਮਨੁੱਖ ਪ੍ਰਭੂ ਪ੍ਰੀਤਮ ਦੇ ਚਰਨਾਂ ਨਾਲ ਜੁੜ ਸਕਦਾ ਹੈ। ਮਨੁੱਖ ਦੇ ਆਤਮਿਕ ਵਿਕਾਸ ਵਿੱਚ ਹੰਕਾਰ ਸਭ ਤੋਂ ਵੱਡੀ ਰੁਕਾਵਟ ਹੈ। ਆਤਮਿਕ ਵਿਕਾਸ ਮਤਲਬ ਜਦੋਂ ਤੁਸੀਂ ਆਪਣੇ ਆਪ ਨੂੰ ਉੱਪਰ ਚੱਕਣਾ ਹੁੰਦਾ ਹੈ, ਇਹਦੇ ਵਿਕਾਸ 'ਚ ਸਭ ਤੋਂ ਵੱਡਾ ਜਿਹੜਾ ਰੁਕਾਵਟ ਹੈ ਉਹ ਕੀ ਹੈ? ਸਾਡਾ ਅਹੰਕਾਰ ਹੈ। ਠੀਕ ਹੈ ਜੀ, ਇਹ ਪਹਿਲਾ ਸ਼ਲੋਕ ਹੈ। ਕਾਫੀ ਹੱਦ ਤੱਕ ਸਮਝ ਆ ਗਿਆ ਹੋਵੇਗਾ। ਲਿਖਣ ਲੱਗਿਆਂ ਕੁਝ ਆਪਣੇ ਵੱਲੋਂ ਤੁਸੀਂ ਗੱਲਾਂ ਵੀ ਲਿਖਣਾ ਚਾਹੋ ਤਾਂ ਲਿਖ ਸਕਦੇ ਹੋ। ਸ਼ਲੋਕ ਨੰਬਰ 2 ਤੇ ਜੀ ਹੁਣ ਸ਼ਲੋਕ ਨੰਬਰ 2 ਕਰਦੇ ਹਾਂ। ਸ਼ਲੋਕ ਨੰਬਰ 2 ਕੀ ਕਹਿ ਰਿਹਾ ਹੈ? ਮਾਟੀ ਕੁਦਮ ਕਰੇਂਦੀ ਯਾਰ, ਵਾਹ ਵਾਹ ਮਾਟੀ ਦੀ ਗੁਲਜ਼ਾਰ। ਮਾਟੀ ਕੋੜਾ ਮਾਟੀ ਜੋੜਾ ਮਾਟੀ ਦਾ ਅਸਵਾਰ। ਮਾਟੀ ਮਾਟੀ ਨੂੰ ਦੌੜਾਵੇ ਮਾਟੀ ਦਾ ਖੜਕਾਰ। ਮਾਟੀ ਮਾਟੀ ਨੂੰ ਮਾਰਨ ਲੱਗੀ ਮਾਟੀ ਦਾ ਹਥਿਆਰ। ਜਿਸ ਮਾਟੀ ਪਰ ਬਹੁਤ ਮਾਟੀ ਤਿਸ ਮਾਟੀ ਹੰਕਾਰ। ਸਾਰੀ ਗੱਲ ਮਿੱਟੀ ਦੀ ਬਣੀ ਹੋਈ ਆਕੜ ਦੀ ਹੋ ਰਹੀ ਹੈ। ਜਿਹੜਾ ਇੱਕ ਮਿੱਟੀ ਦਾ ਬਣਿਆ ਹੋਇਆ ਇਨਸਾਨ ਹੈ, ਮਿੱਟੀ ਦੀਆਂ ਚੀਜ਼ਾਂ ਦੀ ਹੀ ਆਕੜ ਮਾਰਨ ਲੱਗਾ ਹੋਇਆ ਹੈ। ਇਹਨਾਂ ਸਤਰਾਂ ਵਿੱਚ ਬੁੱਲੇ ਸ਼ਾਹ ਨੇ ਸੰਸਾਰ ਦੀ ਨਾਸ਼ਮਾਨਤਾ ਬਾਰੇ ਗੱਲ ਕੀਤੀ ਹੈ। ਉਹ ਸੰਸਾਰ ਦੀ ਹਰ ਸ਼ੈ ਨੂੰ ਮਾਟੀ, ਸ਼ੈ ਮਤਲਬ ਚੀਜ਼ ਨੂੰ ਮਾਟੀ ਭਾਵ ਮਿੱਟੀ ਕਹਿ ਰਹੇ ਹਨ, ਕਿਉਂਕਿ ਹਰ ਸ਼ੈ ਨੇ ਅੰਤ ਵਿੱਚ ਮਿੱਟੀ ਹੀ ਹੋ ਜਾਣਾ ਹੈ। ਦੇਖਿਆ ਹੀ ਹੈ ਤੁਸੀਂ, ਹਰ ਚੀਜ਼ ਅਖੀਰ 'ਚ ਖਤਮ ਹੋ ਜਾਂਦੀ ਹੈ ਤਾਂ ਮਿੱਟੀ ਵਿੱਚ ਹੀ ਮਿਲ ਜਾਂਦੀ ਹੈ। ਚਾਰੇ ਪਾਸੇ ਮਿੱਟੀ ਦਾ ਪਸਾਰਾ ਹੈ। ਠੀਕ ਹੈ, ਚਾਰੋਂ ਪਾਸੇ ਮਿੱਟੀ ਦਾ ਹੀ ਪਸਾਰਾ ਹੈ, ਮਤਲਬ ਫੈਲੀ ਹੋਈ ਹੈ ਅਤੇ ਮਿੱਟੀ ਹੀ ਨੱਚ ਟੱਪ ਰਹੀ ਹੈ। ਮਾਟੀ ਕੁਦਮ ਕਰੇਂਦੀ ਯਾਰ, ਕੁਦਮ ਮਤਲਬ ਨੱਚਦੀ ਪਈ ਹੈ। ਵਾਹ ਵਾਹ ਮਾਟੀ ਦੀ ਗੁਲਜ਼ਾਰ, ਕਹਿੰਦੇ ਕਿੰਨੀ ਵਧੀਆ ਮਿੱਟੀ ਦੀ ਜਿਹੜੀ ਦੇਖੋ ਪਸਾਰਾ ਫੈਲਿਆ ਹੋਇਆ ਹੈ। ਕੀ ਕਹਿ ਰਹੇ ਜੀ? ਮਿੱਟੀ ਹੀ ਨੱਚ ਟੱਪ ਰਹੀ ਹੈ। ਸੰਸਾਰ ਮਨੁੱਖ ਨੂੰ ਸੁੰਦਰ ਫੁਲਵਾੜੀ ਵਰਗਾ ਦਿਸਦਾ ਹੈ। ਫੁਲਵਾੜੀ ਮਤਲਬ ਜਿਹਦੇ 'ਚ ਫੁੱਲ ਲੱਗੇ ਹੁੰਦੇ ਹੈ, ਪਰ ਅਸਲ ਵਿੱਚ ਇਹ ਮਿੱਟੀ ਹੈ, ਅਰਥਾਤ ਨਾਸ਼ਵਾਨ ਹੈ, ਜਿਹਨੇ ਨਸ਼ਟ ਹੋ ਜਾਣਾ ਹੈ। ਮਨੁੱਖ ਜਿਹੜੇ ਵਸਤਰ ਪਹਿਨਦਾ ਹੈ, ਵਸਤਰ ਮਤਲਬ ਕੱਪੜੇ ਪਹਿਨਦਾ ਹੈ, ਜਿਹੜੇ ਘੋੜੇ ਤੇ ਸਵਾਰ ਹੁੰਦਾ ਹੈ, ਮਾਟੀ ਘੋੜਾ ਮਾਟੀ ਜੋੜਾ ਮਾਟੀ ਦਾ ਅਸਵਾਰ, ਰਾਈਟ, ਤੇ ਉਹਦੇ ਉੱਪਰ ਬਹਿਣ ਵਾਲਾ ਵੀ ਜਿਹੜਾ ਹੈ ਉਹ ਵੀ ਕੀ ਹੈ? ਮਿੱਟੀ ਵਾਲਾ ਹੀ ਹੈ। ਠੀਕ ਹੈ, ਮਤਲਬ ਕੀ ਕਹਿ ਰਹੇ ਹੈ?
ਮਨੁੱਖ ਜਿਹੜੀ ਫੁਲਵਾੜੀ ਵਰਗਾ ਦਿਸਦਾ ਹੈ, ਸੁੰਦਰ ਨੂੰ ਸੁੰਦਰ ਫੁਲਵਾੜੀ ਦਿਸਦੀ ਹੈ, ਉਹ ਅਸਲ 'ਚ ਇੱਕ ਮਿੱਟੀ ਹੈ, ਨਾਸ਼ਵਾਨ ਹੈ। ਮਨੁੱਖ ਜਿਹੜੇ ਵਸਤਰ ਪਹਿਨਦਾ ਹੈ, ਜਿਹੜੇ ਘੋੜੇ ਤੇ ਸਵਾਰ ਹੁੰਦਾ ਹੈ, ਉਹ ਸਭ ਕੁਛ ਨਾ ਕੁਛ ਅੰਤ ਵਿੱਚ ਮਿੱਟੀ ਦਾ ਹੀ ਹੈ। ਹੰਕਾਰ ਵਿੱਚ ਫਸਿਆ ਮਨੁੱਖ ਇਸ ਵਾਸਤਵਿਕਤਾ ਨੂੰ ਹੀ ਭੁੱਲ ਜਾਂਦਾ ਹੈ। ਉਹ ਇਸ ਵਾਸਤਵਿਕਤਾ ਨੂੰ ਭੁੱਲ ਜਾਂਦਾ ਹੈ। ਮਿੱਟੀ ਦਾ ਮਨੁੱਖ ਦੂਸਰੇ ਮਨੁੱਖਾਂ ਨੂੰ ਮਾਰਨ ਲਈ ਮਿੱਟੀ ਦੇ ਹਥਿਆਰਾਂ ਨਾਲ ਹਮਲਾ ਕਰਦਾ ਹੈ। ਠੀਕ ਹੈ, ਮਿੱਟੀ ਦੇ ਹਥਿਆਰਾਂ ਨਾਲ ਹੀ ਹਮਲਾ ਕਰਦਾ ਹੈ। ਇਸ ਕਰਕੇ ਇਹਨਾਂ ਸਤਰਾਂ ਰਾਹੀਂ ਉਹ ਮਨੁੱਖ ਨੂੰ ਸਰੀਰ ਤੇ ਸੰਸਾਰਕ ਵਸਤਾਂ ਦਾ ਵਿਆਗ ਕਰਕੇ ਛੱਡ ਕੇ ਸੱਚ ਨੂੰ ਅਪਣਾਉਣ ਦਾ ਉਪਦੇਸ਼ ਦਿੰਦੇ ਹਨ। ਉਹਨਾਂ ਦੇ ਵਾਰ-ਵਾਰ ਮਾਟੀ ਸ਼ਬਦ ਦਾ ਪ੍ਰਯੋਗ ਕਰਕੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮਨੁੱਖ ਸਰੀਰ ਤੇ ਸੰਸਾਰਕ ਚੀਜ਼ਾਂ ਵਸਤੂਆਂ ਸਭ ਨਾਸ਼ਵਾਨ ਹਨ, ਕਿਉਂਕਿ ਸਾਰੀਆਂ ਚੀਜ਼ਾਂ ਮਿੱਟੀ ਦੀਆਂ ਹੀ ਬਣੀਆਂ ਹੋਈਆਂ ਹਨ। ਕਿਆ ਬਾਤ ਹੈ ਜੀ। ਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦਾ ਹਥਿਆਰ ਮਤਲਬ ਮਿੱਟੀ ਦੀ ਹੀ ਬਣੀਆਂ ਚੀਜ਼ਾਂ ਨਾਲ ਮਿੱਟੀ ਨੂੰ ਵੀ ਮਾਰਨ ਲੱਗੇ ਹੋਏ ਹੈ। ਜਿਸ ਮਾਟੀ ਪਰ ਬਹੁਤ ਮਾਟੀ ਤਿਸ ਮਾਟੀ ਹੰਕਾਰ, ਮਤਲਬ ਜਿਹਨੂੰ ਜਿੰਨੀ ਮਿੱਟੀ ਲੱਗੀ ਹੈ ਉਹਨੂੰ ਉਨਾ ਹੀ ਉਹਦਾ ਹੰਕਾਰ ਹੋਇਆ ਫਿਰਦਾ ਹੈ। ਠੀਕ ਹੈ ਜੀ, ਇਹ ਵੀ ਕਲੀਅਰ ਹੋ ਗਿਆ। ਚਲੋ ਅੱਗੇ ਚੱਲਦੇ ਹਾਂ। ਹੁਣ ਅਗਲਾ ਪ੍ਰਸ਼ਨ ਉੱਤਰ ਕਰਨ ਜਾ ਰਹੇ ਹਾਂ ਜੀ। ਪਹਿਲਾ ਪ੍ਰਸ਼ਨ ਕੀ ਹੈ? ਬੁੱਲੇ ਦੀ ਕਾਫੀ ਵਿੱਚ ਮਾਟੀ ਸ਼ਬਦ ਦੇ ਕੀ ਅਰਥ ਹਨ? ਹੁਣ ਦੇਖੋ, ਇਹ ਕੁਐਸਚਨ ਛੋਟੇ ਵੀ ਆ ਸਕਦੇ ਹੈ, ਵੈਰੀ ਸ਼ਾਰਟ ਵੀ ਆ ਸਕਦੇ ਹੈ ਔਰ ਲੌਂਗ ਕੁਐਸਚਨ ਵੀ ਆ ਸਕਦੇ ਹੈ। ਤੇ ਕੁਐਸਚਨ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ ਜੀ। ਬੁੱਲੇ ਦੀ ਕਾਫੀ ਵਿੱਚ ਮਾਟੀ ਸ਼ਬਦ ਦੇ ਕੀ ਅਰਥ ਹਨ? ਬੁੱਲੇ ਸ਼ਾਹ ਦੀ ਕਾਫੀ ਵਿੱਚ ਮਾਟੀ ਸ਼ਬਦ ਦਾ ਪ੍ਰਯੋਗ ਮਨੁੱਖੀ ਸਰੀਰ ਤੇ ਸੰਸਾਰਕ ਅਵਸਥਾ ਦੀ ਨਾਸ਼ਮਾਨਤਾ ਨੂੰ ਦਰਸਾਉਣ ਲਈ ਹੋਇਆ ਹੈ। ਕੀ ਕਹਿ ਰਹੇ ਹੈ ਜੀ? ਬੁੱਲੇ ਸ਼ਾਹ ਜੀ ਨੇ ਇੱਥੇ ਮਿੱਟੀ ਦਾ ਮਤਲਬ ਕੀ ਲਿਆ ਹੈ? ਮਿੱਟੀ ਦਾ ਮਤਲਬ ਲਿਆ ਹੈ ਕਿ ਜਿਹਦੇ ਨਾਲ ਤੁਹਾਡਾ ਸਰੀਰ, ਸੰਸਾਰ ਦੀਆਂ ਬਣੀਆਂ ਸਾਰੀਆਂ ਚੀਜ਼ਾਂ ਜਿਹੜੇ ਕਿ ਨਾਸ਼ਵਾਨ ਹੈ, ਇਸ ਕਰਕੇ ਉਹਨਾਂ ਨੇ ਇਹਨੂੰ ਮਿੱਟੀ ਕਿਹਾ ਹੈ। ਮਾਟੀ ਕੁਦਮ ਕਰਿੰਦੀ ਯਾਰ ਤੋਂ ਕੀ ਭਾਵ ਹੈ? ਮਾਟੀ ਕੁਦਮ ਕਰਿੰਦੀ ਯਾਰ ਤੋਂ ਕੀ ਭਾਵ ਹੈ? ਬੁੱਲੇ ਸ਼ਾਹ ਕਹਿੰਦੇ ਹਨ, ਸੰਸਾਰ ਵਿੱਚ ਜੋ ਕੁਝ ਵੀ ਤੁਰਦਾ ਫਿਰਦਾ ਨੱਚਦਾ ਟਿੱਪਦਾ ਦਿਖਾਈ ਦਿੰਦਾ ਹੈ, ਸੰਸਾਰ 'ਚ ਜੋ ਕੁਝ ਵੀ ਤੁਰ ਰਿਹਾ ਹੈ, ਫਿਰ ਰਿਹਾ ਹੈ, ਨੱਚ ਰਿਹਾ ਹੈ, ਟੱਪ ਰਿਹਾ ਹੈ, ਇਹ ਸਭ ਜੋ ਦਿਖਾਈ ਦੇ ਰਿਹਾ ਹੈ, ਆਖਰ ਉਸਨੇ ਨਾਸ਼ਵਾਨ ਹੋ ਕੇ ਮਿੱਟੀ ਹੋ ਜਾਣਾ ਹੈ, ਅਖੀਰ 'ਚ ਉਹਨੇ ਮਿੱਟੀ ਬਣ ਜਾਣਾ ਹੈ, ਖਤਮ ਹੋ ਜਾਣਾ ਹੈ। ਇਸ ਤਰ੍ਹਾਂ ਹਰ ਪਾਸੇ ਮਿੱਟੀ ਹੀ ਨੱਚ ਟੱਪ ਰਹੀ ਹੈ, ਹੋਰ ਕੋਈ ਨਹੀਂ ਹੈ। ਜਿਸ ਮਾਟੀ, ਤੀਜਾ ਕੁਐਸਚਨ ਹੈ ਜੀ, ਜਿਸ ਮਾਟੀ ਪਰ ਬਹੁਤ ਮਾਟੀ ਤਿਸ ਮਾਟੀ ਹੰਕਾਰ ਦਾ ਭਾਵ ਸਪਸ਼ਟ ਕਰੋ। ਕੀ ਕਹਿਣਾ ਚਾਹੁੰਦੇ ਆ? ਜਿਸ ਮਾਟੀ ਪਰ ਬਹੁਤ ਮਾਟੀ ਦਾ ਹੰਕਾਰ ਦਾ ਮਤਲਬ ਕੀ ਹੈ? ਬੁੱਲੇ ਸ਼ਾਹ ਨੇ ਮਨੁੱਖੀ ਸਰੀਰ ਤੇ ਸੰਸਾਰਕ ਅਵਸਥਾ ਨੂੰ ਮਿੱਟੀ ਦੇ ਸਮਾਨ ਹੀ ਸਮਝਿਆ ਹੈ। ਉਹ ਕਹਿੰਦੇ ਹਨ ਕਿ ਮਨੁੱਖ ਆਪਣੇ ਜੀਵਨ ਵਿੱਚ ਜਿਨ੍ਹਾਂ ਵਸਤਾਂ ਨੂੰ ਇਕੱਠੀਆਂ ਕਰਕੇ ਹੰਕਾਰ ਕਰਦਾ ਹੈ, ਉਹ ਦਰਅਸਲ ਨਾਸ਼ਵਾਨ ਹਨ। ਜਿਸ ਕੋਲ ਵੱਧ ਸੰਸਾਰਿਕ ਵਸਤਾਂ ਹਨ, ਉਸ ਕੋਲ ਵੱਧ ਮਿੱਟੀ ਹੈ। ਮਤਲਬ ਜਿੰਨੀਆਂ ਤੁਹਾਡੇ ਕੋਲ ਵੱਧ ਸੰਸਾਰਿਕ ਵਸਤਾਂ, ਤੁਹਾਡੇ ਕੋਲ ਜ਼ਿਆਦਾ ਪੈਸਾ, ਤੁਹਾਡੇ ਕੋਲ ਜ਼ਿਆਦਾ ਸ਼ੌਹਰਤ ਹੈ, ਤੁਸੀਂ ਓਨੇ ਜ਼ਿਆਦਾ ਹੰਕਾਰੀ ਹੋਏ ਹੋ, ਮਤਲਬ ਤੁਹਾਡੇ ਕੋਲ ਓਨੀ ਜ਼ਿਆਦਾ ਮਿੱਟੀ ਹੈ। ਸੋ ਮਿੱਟੀ ਦਾ ਮਨੁੱਖ ਮਿੱਟੀ ਉੱਤੇ ਹੀ ਹੰਕਾਰ ਕਰ ਰਿਹਾ ਹੈ। ਜਿੰਨੀ ਜ਼ਿਆਦਾ ਮਿੱਟੀ ਉੱਪਰ ਚੜਾਈ ਜਾ ਰਿਹਾ ਹੈ, ਓਨਾ ਹੰਕਾਰ ਕਰੀ ਜਾ ਰਿਹਾ ਹੈ, ਜਦਕਿ ਉਹਨੂੰ ਪਤਾ ਨਹੀਂ ਕਿ ਸਭ ਕੁਝ ਨਾਸ਼ਵਾਨ ਹੈ। ਅਗਲਾ ਪ੍ਰਸ਼ਨ ਹੈ ਜੀ, ਬੁੱਲੇ ਸ਼ਾਹ ਜੀ ਦੇ ਜੀਵਨ ਬਾਰੇ ਟਿੱਪਣੀ ਕਰੋ। ਜੀਵਨ ਬਾਰੇ ਦੱਸੋ ਉਹਨਾਂ ਦੇ। ਬੁੱਲੇ ਸ਼ਾਹ ਦਾ ਜਨਮ 1680 ਈਸਵੀ ਵਿੱਚ ਪਿੰਡ ਪਾੜੋਕੇ, ਜ਼ਿਲ੍ਹਾ ਲਾਹੌਰ ਵਿਖੇ ਹੋਇਆ। ਠੀਕ ਹੈ, ਇਹ ਪਿੰਡ ਦਾ ਨਾਮ ਹੈ ਜੀ, ਨਾਲ 1680 ਵਿੱਚ ਹੋਇਆ। ਇਨਾਇਤ ਸ਼ਾਹ ਕਾਦਰੀ ਆਪ ਜੀ ਦੇ ਮੁਰਸ਼ਦ ਸਨ। ਮੁਰਸ਼ਦ ਮਤਲਬ ਗੁਰੂ ਜੀ। ਠੀਕ ਹੈ, ਆਪ ਜੀ ਦੇ ਮੁਰਸ਼ਦ ਸਨ। ਬੁੱਲੇ ਸ਼ਾਹ ਦਾ ਸਮੇਂ ਮੁਗਲ ਰਾਜ ਦੀ ਢਹਿੰਦੀ ਕਲਾ ਦਾ ਸਮਾਂ ਸੀ। ਢਹਿੰਦੀ ਮਤਲਬ ਨੀਚੇ ਆਉਣ ਵਾਲਾ, ਜਦੋਂ ਖਤਮ ਹੋ ਰਹੀ ਸੀ, ਮੁਗਲ ਰਾਜ ਖਤਮ ਹੋ ਰਿਹਾ ਸੀ, ਉਦੋਂ ਦੀ ਗੱਲ ਹੋ ਰਹੀ ਹੈ। ਉਸ ਸਮੇਂ ਇਸਲਾਮ ਤੇ ਧਾਰਮਿਕ ਆਗੂਆਂ ਵਿੱਚ ਸਰਈ ਕੱਟੜਤਾ ਭਰੀ ਹੋਈ ਸੀ। ਸਰਈ ਕੱਟੜਤਾ ਮਤਲਬ ਕਿ ਉਹ ਸ਼ਰੀਅਤ ਨੂੰ ਬਹੁਤ ਤਵੱਜੋ ਦਿੰਦੇ ਸੀ। ਆਪ ਜੀ ਨੇ ਧਾਰਮਿਕ ਪਖੰਡਾਂ ਤੇ ਰਸਮਾਂ ਦਾ ਖੰਡਨ ਕਰਦੇ ਹੋਏ ਰੱਬੀ ਇਸ਼ਕ ਤੇ ਜ਼ੋਰ ਦਿੱਤਾ। ਉਹ ਕਹਿੰਦੇ ਸਿਰਫ ਰਸਮਾਂ ਦੇ ਉੱਪਰ ਧਿਆਨ ਨਾ ਦਿਓ, ਰੱਬੀ ਇਸ਼ਕ ਦੇ ਉੱਪਰ ਧਿਆਨ ਦਿਓ। ਇਹ ਉਹਨਾਂ ਦੇ ਜੀਵਨ ਬਾਰੇ, ਇਹ ਪ੍ਰਸ਼ਨ ਬੜਾ ਇੰਪੋਰਟੈਂਟ ਹੈ ਜੀ, ਇਹ ਕੁਐਸਚਨ ਆਉਣ ਦੀ ਪੂਰੇ ਚਾਂਸਸ ਹੁੰਦੇ ਹੈ, ਇਸ ਕਰਕੇ ਧਿਆਨ ਨਾ ਕਰਿਓ। ਪਹਿਲੇ ਉਹਨਾਂ ਦਾ ਜਨਮ ਦੱਸਣਾ ਹੈ, ਕਿੱਥੇ ਹੋਇਆ ਹੈ ਦੱਸਣਾ ਹੈ, ਉਹਨਾਂ ਦੇ ਗੁਰੂ ਜੀ ਦਾ ਨਾਮ ਕੀ ਸੀਗਾ। ਉਸ ਵੇਲੇ ਮੁਗਲ ਸ਼ਾਹ ਦਾ ਜਿਹੜਾ ਟਾਈਮ ਸੀ ਉਹ ਖਤਮ ਹੋ ਰਿਹਾ ਸੀਗਾ, ਪਰ ਉਹ ਲੋਕ ਬੜੀ ਕੱਟੜਤਾਵਾਦੀਆਂ ਰੀਤੀਆਂ ਵਿੱਚ ਫਸੇ ਹੋਏ ਸੀ। ਤਾਂ ਜਿਹੜੇ ਗੁਰੂ ਜੀ ਨਹੀਂ ਹੈ, ਠੀਕ ਹੈ, ਇਹਨਾਂ ਨੇ ਕੀ ਜ਼ੋਰ ਦਿੱਤਾ ਕਿ ਰੱਬੀ ਇਸ਼ਕ ਕਰੋ, ਇਹਨਾਂ ਧਰਮਾਂ ਕਰਮਾਂ 'ਚ ਨਾ ਫਸੋ। ਠੀਕ ਹੈ ਜੀ। ਚਲੋ ਹੁਣ ਅਗਲਾ ਲੈਸਨ ਸ਼ੁਰੂ ਕਰਨ ਜਾ ਰਹੇ ਹਾਂ ਜੀ ਅਸੀਂ। ਐਕਚੁਅਲੀ ਇਹ ਲੈਸਨ ਖਤਮ ਹੋ ਗਿਆ, ਲੈਸਨ ਛੋਟਾ ਸੀ, ਇਸ ਕਰਕੇ ਅਸੀਂ ਦੇ ਨਾਲ ਹੀ ਇੱਕ ਹੋਰ ਲੈਸਨ ਐਡ ਕਰਨ ਜਾ ਰਹੇ ਹਾਂ, ਜਿਹੜਾ ਕਿ ਪਾਠ ਨੰਬਰ 11 ਹੈ, ਸਿੰਮਲ ਰੁੱਖ ਸਰਾਇਰਾ। ਸਿੰਮਲ
रुख सरायरा। ਇਹ ਫਿਰ ਇੱਕ ਕਵਿਤਾ ਹੈ, ਕਵੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਉਹਦੀ ਪੰਕਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਫਿਰ ਉਹਦੇ ਅਸੀਂ ਪ੍ਰਸ਼ਨ ਉੱਤਰ ਕਰਾਂਗੇ। ਇਹ ਵੀ ਛੋਟਾ ਲੈਸਨ ਹੈ, ਇਸ ਕਰਕੇ ਅਸੀਂ ਦੋ ਲੈਸਨ ਇਕੱਠੇ ਕੰਬਾਈਨ ਕਰ ਦਿੱਤੇ ਹੈ। ਪਹਿਲਾ ਸ਼ਲੋਕ ਸੁਣਦੇ ਹਾਂ ਜੀ। ਸਿਮਲ ਰੁਖ ਸਰਾਇਰਾ ਅति दीरद अति मच, कोई की आवे आस करे साई निराश कत, फल फिक्के फुल बकबके कम न आवे पत, मिठत नीवी नानका गुण चंगियाया तत, सबको नीवे आप को पर को नीवे न कोए, पर तराजू तोलिए नीवे सगौरा होए। मैं ਇਹਦੇ अर्थ नहीं समझाए क्योंकि ਇਹ पेपर 'ਚ बहुत घट आता है, लेकिन ਤੁਹਾਨੂੰ क्वेश्चन आंसर ਜਿਹਦੇ ਕਰਾਵਾਂਗਾ, पर फिर भी ਤੁਹਾਨੂੰ ਇੱਕ ਵਾਰੀ ਸਮਝਾ ਦੇਣਾ ਕੀ ਕਹਿ ਰਹੀ ਹੈ ਕਵੀ ਜੀ, ਤਾਂ ਕਿ ਤੁਹਾਨੂੰ ਲੈਸਨ ਸਮਝ ਆ ਜਾਵੇ ਕੀ ਲੈਸਨ ਦਾ ਮਤਲਬ ਹੈ। ਸਿਮਲ ਰੁੱਖ ਸਰਾਇਰਾ, ਇੱਕ ਰੁੱਖ ਦੀ ਗੱਲ ਹੋ ਰਹੀ ਹੈ। ਸਿਮਲ ਰੁੱਖ ਸਰਾਇਰਾ, ਇੱਕ ਇਹੋ ਜਿਹੇ ਰੁੱਖ ਦੀ ਗੱਲ ਹੋ ਰਹੀ ਹੈ। ਅਤੀ ਦੀਰਦ ਅਤੀ ਮੁੱਚ, ਜਿਹੜਾ ਕਿ ਬਹੁਤ ਉੱਚਾ ਹੈ ਔਰ ਉਹਦੇ ਉੱਪਰ ਕੋਈ ਫੁੱਲ ਫਲ ਵੀ ਨਹੀਂ ਲੱਗਦੇ। ਠੀਕ ਹੈ, ਅਤੀ ਦੀਰਦ ਅਤੀ ਮੁੱਚ, ਜਿੱਥੇ ਪਹੁੰਚਿਆ ਨਹੀਂ ਜਾ ਸਕਦਾ। ਉਹ ਵੀ ਕੀ ਆਵੇ ਆਸ ਕਰੇ ਸਾਹੀ ਨਿਰਾਸੇ ਕਿਤ। ਠੀਕ ਹੈ, ਉਹ ਤੋਂ ਕੋਈ ਵੀ ਆਸ ਨਹੀਂ ਕਰਦਾ, ਜਿਹੜੇ ਵੀ ਆਉਂਦੇ ਉਹ ਤੋਂ ਨਿਰਾਸ਼ ਹੋ ਕੇ ਹੀ ਵਾਪਸ ਜਾਂਦੇ ਹਨ। ਫਲ ਫਿੱਕੇ ਫੁੱਲ ਬਕਬਕੇ ਕੰਮ ਨਾ ਆਵੇ ਪਤ, ਉਹ ਜਿਹੜੇ ਫਲ ਹੈ ਉਹ ਵੀ ਫਿੱਕੇ ਹੈ, ਉਹਦੇ ਫੁੱਲ ਜਿਹੜੇ ਉਹ ਵੀ ਬਕਬਕੇ ਹੈ, ਉਹ ਕਿਸੇ ਕੰਮ ਨਹੀਂ ਆਉਂਦੇ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਇਆ ਤਤ, ਤਾਂ ਇੱਥੇ ਕੀ ਕਹਿ ਰਹੇ ਕਵੀ ਜੀ, ਜਿਹੜੇ ਮਿੱਠਤ ਨੀਵੀ ਨਾਨਕਾ, ਜਿਹੜੇ ਨੀਵੇਂ ਹੁੰਦੇ ਹੈ ਉਹਨਾਂ ਨੂੰ ਹੀ ਮਿੱਠਿਆ ਲੱਗਦਾ ਹੈ। ਜਿਹੜੇ ਝੁਕੇ ਹੁੰਦੇ ਹੈ, ਜਿਹੜੇ ਉਹ ਰੁੱਖ ਹੈ ਉਹ ਬਹੁਤ ਉੱਚਾ ਹੈ, ਹੰਕਾਰਿਆ ਪਿਆ, ਉਹਦੇ ਕਿਸੇ ਕੰਮ ਨਹੀਂ ਆ ਰਿਹਾ, ਨਾ ਉਹਦੇ ਫੁੱਲ ਕਿਸੇ ਕੰਮ ਆ ਰਹੇ ਹੈ, ਨਾ ਉਹ ਕਿਸੇ ਨੂੰ ਛਾਂ ਦੇ ਪਾ ਰਿਹਾ ਵੈ, ਨਾ ਉਹਦੇ ਫਲ ਕਿਸੇ ਕੰਮ ਆ ਰਹੇ ਹੈ। ਤਾਂ ਨਾਨਕ ਜੀ ਕੀ ਕਹਿ ਰਹੇ ਹੈ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਇਆ ਤਤ, ਜਿਹੜੇ ਨੀਵੇਂ ਰਹਿੰਦੇ ਹੈ ਉਹਨਾਂ ਨੂੰ ਹੀ ਮਿੱਠੇ ਰਹਿੰਦੇ ਹੈ, ਨੀਵੇਂ ਰਹਿੰਦੇ ਹੈ, ਉਹੀ ਗੁਣਾਂ ਨਾਲ ਭਰੇ ਰਹਿੰਦੇ ਹਨ। ਸਭ ਕੋ ਨੀਵੇਂ ਆਪ ਕੋ ਪਰ ਕੋ ਨੀਵੇਂ ਨਾ ਕੋਏ। ਠੀਕ ਹੈ, ਸਭ ਕੋ ਨੀਵੇਂ ਆਪ ਕਿਉ ਪਰ ਕਿਉਂ ਨੀਵੇਂ ਨਾ ਕੋਏ, ਕਿ ਹਰ ਕੋਈ ਆਪ ਨੀਵੇਂ ਹੋਏਗਾ ਤਾਂ ਹੀ ਉਹਨੂੰ ਫਲ ਲੱਗਣਗੇ। ਪਰ ਤਰਾਜੂ ਤੋਲੀਏ ਸੋਏ ਸਗੋਰਾ ਹੋਏ। ਠੀਕ ਹੈ, ਜਦੋਂ ਆਪਾਂ ਤਰਾਜੂ 'ਚ ਤੋਲਦੇ ਹਾਂ ਤਾਂ ਦੇਖਣ ਵਾਲੇ ਦੇਖ ਲੈਂਦੇ ਆ ਕਿ ਇਹ ਬੰਦਾ ਐਕਚੁਅਲੀ 'ਚ ਨੀਵਾਂ ਹੈਗਾ ਵੈ ਸਿਰਫ, ਜਾਂ ਡਰਾਮੇ ਕਰ ਰਿਹਾ ਹੈ। ਚਲੋ ਅੱਗੇ ਚਲਦੇ ਹਾਂ ਜੀ। ਪ੍ਰਸ਼ਨ ਉੱਤਰ ਇੱਕ ਹੋਰ ਨਾਲ ਸ਼ਲੋਕ ਹੈਗਾ, ਅਪਰਾਧੀ ਦੁਨਾ ਨੀਵੇਂ ਜੋ ਹੁਣ ਤਾਂ ਮਿਰ ਗਾਏ, ਸੀਸ ਨਿਵਾਇਆ ਕਿਆ ਥੀਏ ਜਾ ਰਿੱਥੇ ਕਸੂਦੇ ਜਾਏ। ਚਲੋ ਪਹਿਲਾ ਪ੍ਰਸ਼ਨ ਕਰਦੇ ਹਾਂ ਜੀ ਇਹਦਾ। ਨੀਵੇਂ ਸਗੋਰਾ ਹੋਏ ਤੋਂ ਕੀ ਭਾਵ ਹੈ, ਇਹਦਾ ਤੁਹਾਨੂੰ ਬੜਾ ਕੁਝ ਕਲੀਅਰ ਹੋ ਜਾਏਗਾ। ਨੀਵੇਂ ਸਗੋਰਾ ਹੋਏ ਦਾ ਅਰਥ ਹੈ ਕਿ ਨਿਮਰਤਾ ਧਾਰਨ ਕਰਨ ਨਾਲ ਹੀ ਮਨੁੱਖ ਵੱਡਾ ਹੁੰਦਾ ਹੈ। ਨਿਮਰਤਾ ਧਾਰਨ ਕਰਨ ਨਾਲ ਹੀ ਮਨੁੱਖ ਜਿਹੜਾ ਵੈ, ਨਿਮਰਤਾ ਕੀ ਹੁੰਦਾ ਵੈ, ਝੁਕਣਾ, ਝੁਕਣ ਨਾਲ ਹੀ ਮਨੁੱਖ, ਝੁਕਣਾ, ਮਿੱਠਾ ਬੋਲਣਾ, ਇਹਦੇ ਨਾਲ ਹੀ ਮਨੁੱਖ ਜਿਹੜਾ ਵੈ ਉਹ ਵੱਡਾ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦੇ ਸਿਮਲ ਰੁੱਖ ਬਾਰੇ ਕੀ ਵਿਚਾਰ ਪੇਸ਼ ਕੀਤਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਸਿਮਲ ਦਾ ਰੁੱਖ ਦੇਖਣ ਨੂੰ ਤਾਂ ਬੜਾ ਵੱਡਾ ਤੇ ਭਾਰੀ ਹੁੰਦਾ ਹੈ, ਪਰ ਇਸ ਦੇ ਫਲ ਤੇ ਫੁੱਲ ਫਿੱਕੇ ਤੇ ਬਕਬਕੇ ਹੁੰਦੇ ਹਨ। ਸੋ ਕੱਦ ਜਾਂ ਆਕਾਰ ਵਿੱਚ ਵੱਡਾ ਹੋਣ ਨਾਲ ਮਨੁੱਖ ਵੱਡਾ ਨਹੀਂ ਹੁੰਦਾ। ਉਸ ਮਨੁੱਖ ਦੇ ਮਨ ਅੰਦਰ ਨਿਮਰਤਾ ਤੇ ਨਿਰਮਾਨਤਾ ਦੇ ਗੁਣ, ਨਿਰਮਾਨਤਾ ਮਤਲਬ ਕ੍ਰੀਏਟੀਵਿਟੀ ਦੇ ਗੁਣ ਹੋਣੇ ਜ਼ਰੂਰੀ ਹੁੰਦੇ ਹਨ। ਦੋ ਪ੍ਰਸ਼ਨ ਹੋ ਗਏ ਜੀ ਆਪਣੇ। ਤੀਜਾ ਪ੍ਰਸ਼ਨ ਕਰਨ ਜਾ ਰਹੇ ਹਾਂ, ਨਿਰਾ ਸਰੀਰ ਨਿਭਾਉਣ ਵਾਲੇ ਮਨੁੱਖ ਬਾਰੇ ਸਾਹਿਬ ਜੀ ਕੀ ਕਹਿੰਦੇ ਹਨ। ਕੀ ਕਹਿ ਰਹੇ ਹੈ ਜੀ, ਗੁਰੂ ਸਾਹਿਬ ਕਹਿੰਦੇ ਹਨ ਕਿ ਝੁਕਣ ਦਾ ਅਰਥ ਸਿਰਫ ਸਰੀਰ ਦੇ ਨਿਵਾਉਣ ਨਾਲ ਨਹੀਂ, ਸਗੋਂ ਮਨ ਦੇ ਝੁਕਣ ਨਾਲ ਹੈ। ਨਿਮਰਤਾ ਦਾ ਗੁਣ ਮਨੁੱਖ ਦੇ ਮਨ ਵਿੱਚ ਵਸਿਆ ਹੋਣਾ ਚਾਹੀਦਾ ਹੈ। ਠੀਕ ਹੈ, ਕੀ ਕਹਿ ਰਹੇ ਹੈ ਜੀ, ਝੁਕਣ ਦਾ ਅਰਥ ਸਿਰਫ ਸਰੀਰ ਤੇ ਨਿਵਾਉਣ ਨਾਲ ਨਹੀਂ, ਕਿ ਮੱਥੇ ਟੇਕਣ ਨਾਲ ਖਾਲੀ ਗੱਲ ਨਹੀਂ ਬਣਨੀ, ਮਨ ਦੇ ਝੁਕਣ ਨਾਲ ਹੈ। ਨਿਮਰਤਾ ਦਾ ਗੁਣ ਮਨੁੱਖ ਦੇ ਮਨ ਵਿੱਚ ਵਸਿਆ ਹੋਣਾ ਚਾਹੀਦਾ, ਤੁਹਾਡੇ ਅੰਦਰ ਗੁਣ ਹੋਣਾ ਚਾਹੀਦਾ ਨਿਮਰਤਾ ਦਾ, ਕਿ ਅਸੀਂ ਸਭ ਨੂੰ ਪਿਆਰ ਨਾਲ, ਮਿਠਾਸ ਨਾਲ ਝੁਕ ਕੇ ਗੱਲ ਕਰਨੀ ਹੈ। ਇਸ ਤਰ੍ਹਾਂ ਉਹਨਾਂ ਦੇ ਸਿਰਫ ਸਰੀਰ ਦੇ ਨਿਵਾਉਣ ਨੂੰ ਬੇਕਾਰ ਕਿਹਾ ਹੈ। ਠੀਕ ਹੈ ਜੀ, ਉਹ ਕਹਿੰਦੇ ਖਾਲੀ ਸਰੀਰ ਨਿਵਾਉਣ ਨਾਲ ਨਹੀਂ ਹੋਣਾ, ਜਿੰਨਾ ਮਰਜ਼ੀ ਝੁਕੀ ਜੋ, ਤੁਹਾਡਾ ਮਨ ਜਿਹੜਾ ਉਹ ਝੁਕਿਆ ਹੋਣਾ ਜ਼ਰੂਰੀ ਹੈ। ਅਗਲਾ ਪ੍ਰਸ਼ਨ ਹੈ ਜੀ, ਗੁਰੂ ਨਾਨਕ ਦੇਵ ਜੀ ਦੇ ਇਸ ਕਵਿਤਾ ਦਾ ਕੇਂਦਰੀ ਭਾਵ। ਵੈਰੀ ਇੰਪੋਰਟੈਂਟ ਕੁਐਸਚਨ, ਧਿਆਨ ਨਾਲ ਕਰ ਲਿਓ ਇਹਨੂੰ। ਗੁਰੂ ਸਾਹਿਬ ਨੇ ਆਪਣੀ ਇਸ ਰਚਨਾ ਵਿੱਚ ਸਿਮਲ ਦੇ ਰੁੱਖ ਦਾ ਵਰਣਨ ਕਰਦੇ ਹੋਏ ਸਧਾਰਨ ਭਾਸ਼ਾ ਵਿੱਚ ਦਿਖਾਵੇ ਦੀ ਨਿਮਰਤਾ ਦਾ ਖੰਡਨ ਕੀਤਾ ਹੈ। ਦਿਖਾਵੇ ਦੀ ਨਿਮਰਤਾ ਨਹੀਂ ਕਰਨੀ ਚਾਹੀਦੀ। ਨਿਮਰਤਾ ਮਤਲਬ ਸਮਝ ਗਏ ਨਾ, ਪਿਆਰ, ਝੁਕਾਵ, ਦਿਲ 'ਚ ਨਿਮਰਤਾ, ਇਹਦੀ ਗੱਲ ਹੋ ਰਹੀ ਹੈ। ਉਹਨਾਂ ਨੇ ਨਿਮਰਤਾ ਨੂੰ ਮਨ ਵਿੱਚ ਧਾਰਨ ਕਰਨ ਦਾ ਉਪਦੇਸ਼ ਦਿੱਤਾ ਹੈ ਕਿ ਮਨ 'ਚ ਧਾਰਨ ਕਰੋ, ਬਾਹਰੋਂ ਡਰਾਮੇਬਾਜ਼ੀ ਕਰਨ ਦਾ ਕੋਈ ਫਾਇਦਾ ਨਹੀਂ ਹੈ। ਉਹ ਕਹਿੰਦੇ ਹਨ, ਸਿਮਲ ਦੇ ਰੁੱਖ ਵਾਂਗ ਵੱਡਾ ਆਕਾਰ ਹੋਣ ਨਾਲ ਕੁਝ ਨਹੀਂ ਹੁੰਦਾ ਜੇਕਰ ਅੰਦਰ ਮਿਠਾਸ ਨਾ ਹੋਵੇ। ਆਪ ਜੀ ਦੀ ਇਹ ਕਵਿਤਾ ਉਚੇਰੀ ਸਦਾਚਾਰ ਨੂੰ ਪੇਸ਼ ਕਰਦੀ ਹੈ। ਉਚੇਰੀ ਸਦਾਚਾਰ ਮਤਲਬ ਹਾਈ ਐਜੂਕੇਸ਼ਨ,
ठीक है। सदाचार मतलब की है, ਆਪਾਂ ਕਹਿ ਸਕਦੇ ਹਾਂ डिसिप्लिन। ठीक है। ਇਹ ਚੀਜ਼ ਆਪ ਜੀ ਦੀ ਇਹ ਕਵਿਤਾ ਉਚੇਰੀ ਸਦਾਚਾਰ ਸੱਭਿਆਚਾਰ ਨੂੰ ਪੇਸ਼ ਕਰਦੀ ਹੈ ਕਿ ਆਪਾਂ ਕਿੱਦਾਂ ਲੋਕਾਂ ਨਾਲ ਵਰਤਣਾ ਹੈ, ਕਿੱਦਾਂ ਲੋਕਾਂ ਨਾਲ ਰਹਿਣਾ ਸਹਿਣਾ ਹੈ। ਅਗਲਾ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਨਾਨਕ ਜੀ ਦੀ ਰਚਨਾਵਾਂ ਦਾ ਵਰਣਨ ਕਰੋ। ਇਹ ਵੀ ਕੁਐਸਚਨ ਬੜਾ ਇੰਪੋਰਟੈਂਟ ਹੈ, ਇਹਨੂੰ ਵੀ ਧਿਆਨ ਨਾਲ ਕਰ ਲਓ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੀ ਬਾਣੀ 19 ਰਾਗਾਂ ਵਿੱਚ ਦਰਜ ਹੈ। 19 ਰਾਗਾਂ ਵਿੱਚ ਦਰਜ ਹੈ, ਯਾਦ ਰੱਖਿਓ। ਜਪਜੀ ਸਾਹਿਬ, ਸਿੱਧ ਗੋਸ਼ਟੀ 3 ਵਾਰ, ਆਸਾ ਮਾਝ ਦੇ ਮਲਾਰ ਰਾਗਾਂ ਵਿੱਚ, 12 ਮਾਹ ਤੁਖਾਰੀ, ਸੋਹਿਲਾ, ਪਹਿਰੇ, ਵੰਜਾਰੇ, ਬਾਬਰਵਾਨੀ, ਅਸ਼ਟਪਦੀ, ਛੰਦ, ਸ਼ਲੋਕ ਅਤੇ ਸ਼ਬਦ ਆਦਿ ਇਹਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਗੁਰੂ ਨਾਨਕ ਦੇਵ ਜੀ ਦੀ ਬਾਣੀਆਂ ਅਰਜਿਤ ਹਨ। ਠੀਕ ਹੈ ਜੀ। ਚਲੋ, ਇਹ ਵੀ ਲੈਸਨ ਖਤਮ ਹੋ ਗਿਆ। ਤਾਂ ਆਪਾਂ 2 ਲੈਸਨ ਆਰਾਮ ਨਾਲ ਖਤਮ ਕਰ ਲਏ ਅੱਜ। ਇਹ ਵੀਡੀਓ ਨੂੰ ਬਾਰ-ਬਾਰ ਦੇਖੋ ਅਗਰ ਸਮਝ ਨਹੀਂ ਆ ਰਹੇ। ਦੇਖੋ, ਹੁਣ ਜ਼ਮਾਨਾ ਚੇਂਜ ਹੋ ਰਿਹਾ ਹੈ। ਹੁਣ ਤੁਸੀਂ ਕਿਤਾਬਾਂ ਨੂੰ ਫੜ ਕੇ ਪੜ੍ਹ ਸਕਦੇ ਹੋ, ਪਰ ਜੋ ਆਪਾਂ ਨੂੰ ਸੁਣ ਕੇ ਜਾਂ ਦੇਖ ਕੇ ਸਮਝ ਆਉਂਦਾ ਹੈ ਉਹਨੂੰ ਦੁਬਾਰਾ ਯਾਦ ਕਰਨ ਦੀ ਲੋੜ ਨਹੀਂ ਪੈਂਦੀ। ਇਸ ਕਰਕੇ ਇਸ ਵੀਡੀਓ ਨੂੰ 2-3 ਵਾਰੀ ਦੇਖ ਕੇ ਸਮਝ ਲਓ, ਤੁਹਾਨੂੰ ਯਾਦ ਆਪੇ ਹੀ ਹੋ ਜਾਏਗਾ। ਠੀਕ ਹੈ ਜੀ। ਅਗਲੀ ਵੀਡੀਓ 'ਚ ਦੁਬਾਰਾ ਮਿਲਦੇ ਹਾਂ ਨਵੇਂ ਲੈਸਨ ਦੇ ਨਾਲ। ਬਹੁਤ ਬਹੁਤ ਧੰਨਵਾਦ।